ਅੱਜ ਆਓ ਅਸੀਂ ਜਦੋਂ ਇਜ਼ਰਾਈਲ ਸ਼ਕਤੀਸ਼ਾਲੀ ਸੀ ਅਤੇ ਜਦੋਂ ਇਜ਼ਰਾਈਲ ਕਮਜ਼ੋਰ ਸੀ, ਇਸ ਸਿਰਲੇਖ ਦੇ ਨਾਲ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰੀਏ। ਆਓ ਅਸੀਂ ਇਤਿਹਾਸ ਵਿੱਚ ਇਹ ਦੇਖੀਏ ਕਿ ਇਜ਼ਰਾਈਲ ਸ਼ਕਤੀਸ਼ਾਲੀ ਰਾਜ ਕਦੋਂ ਬਣਿਆ ਅਤੇ ਇਸ ਤਰ੍ਹਾਂ ਦਾ ਕਮਜ਼ੋਰ ਰਾਜ ਕਦੋਂ ਬਣਿਆ ਜਿਸ ਤੇ ਹੋਰ ਦੇਸ਼ਾਂ ਨੇ ਹਮਲਾ ਕੀਤਾ। ਅਤੀਤ ਦੇ ਇਤਿਹਾਸ ਤੋਂ ਆਓ ਅਸੀਂ ਇਹ ਸਿੱਖਿਆ ਸਿੱਖੀਏ ਜੋ ਅੱਜ ਪਰਮੇਸ਼ਵਰ ਸਾਨੂੰ ਦੇ ਰਹੇ ਹਨ। ਆਓ ਅਸੀਂ ਰੋਮੀਆਂ ਅਧਿਆਇ 15 ਵਚਨ 4 ਤੇ ਇੱਕ ਨਜ਼ਰ ਪਾਈਏ। ਕਿਉਂਕਿ ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਕਿਸ ਦੇ ਲਈ? ਸਿੱਖਿਆ ਦੇ ਲਈ ਲਿਖਿਆ ਗਿਆ ਜੋ ਇਹਨਾਂ ਦਿਨਾਂ ਵਿੱਚ ਜੀ ਰਹੇ ਹਨ। ਲਿਖਿਆ ਗਿਆ ਹੈ ਅਤੀਤ ਦੇ ਇਤਿਹਾਸ ਨਾਲ ਪਰਮੇਸ਼ਵਰ ਨੇ ਆਪਣੀ ਮਰਜ਼ੀ ਦਿਖਾਈ। ਉਹ ਕਹਿੰਦਾ ਹੈ ਕਿਉਂਕਿ ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ। ਤਦ ਆਓ ਅਸੀਂ ਅਤੀਤ ਦੇ ਇਤਿਹਾਸ ਵਿੱਚ ਇਹ ਸਿੱਖੀਏ ਕਿ ਇਜ਼ਰਾਈਲ ਦੀ ਸ਼ਕਤੀ ਦਾ ਨਾਸ਼ ਕਦੋਂ ਹੋਇਆ ਅਤੇ ਉਹ ਖੁਦ ਨੂੰ ਸ਼ਕਤੀਸ਼ਾਲੀ ਰਾਜ ਦੇ ਰੂਪ ਵਿੱਚ ਬਣਾਏ ਰੱਖਣ ਵਿੱਚ ਕਦੋਂ ਕਾਬਿਲ ਹੋਇਆ। ਆਓ ਅਸੀਂ ਇਕੱਠੇ ਨਿਆਂਇਆਂ ਅਧਿਆਇ 3 ਦੇਖੀਏ। ਅਧਿਆਇ 3 ਵਚਨ 7 ਕਹਿੰਦਾ ਹੈ, ਸੋ ਇਜ਼ਰਾਈਲੀਆਂ ਨੇ ਯਹੋਵਾ ਦੇ ਅੱਗੇ ਬੁਰਾਈ ਕੀਤੀ ਅਤੇ ਯਹੋਵਾ ਆਪਣੇ ਪਰਮੇਸ਼ਵਰ ਨੂੰ ਵਿਸਾਰਿਆ ਅਤੇ ਬਾਲ ਤੇ ਅਸੇਰਾ ਦੇਵੀ ਦੀ ਪੂਜਾ ਕੀਤੀ। ਆਓ ਅਸੀਂ ਇਹ ਦੇਖਣਾ ਜਾਰੀ ਰੱਖੀਏ ਕਿ ਇਸ ਹਾਲਾਤ ਵਿੱਚ ਕਿਸ ਪ੍ਰਕਾਰ ਦਾ ਨਤੀਜਾ ਨਿਕਲਿਆ। ਇਸ ਲਈ ਯਹੋਵਾ ਦਾ ਕ੍ਰੋਧ ਇਜ਼ਰਾਈਲ ਉੱਤੇ ਭੜਕਿਆ ਅਤੇ ਉਸਨੇ ਉਹਨਾਂ ਨੂੰ ਮੇਸੋਪੋਤਾਮੀਆ ਦੇ ਪਾਤਸ਼ਾਹ ਕੁਸ਼ਨ ਰਿਸ਼ਾਤੇਮ ਦੇ ਹੱਥ ਵੇਚ ਦਿੱਤਾ। ਸੋ ਉਹ ਕੁਸ਼ਨ ਰਿਸ਼ਾਤੇਮ ਦੀ ਟਹਿਲ 8 ਵਰੇ ਕਰਦੇ ਰਹੇ। ਇੱਥੋਂ ਅਸੀਂ ਬਹੁਤ ਹੀ ਮਹੱਤਵਪੂਰਨ ਸਿੱਖਿਆ ਸਿੱਖ ਸਕਦੇ ਹਾਂ। ਜਦੋਂ ਕਦੀ ਇਜ਼ਰਾਈਲੀਆਂ ਨੇ ਪਰਮੇਸ਼ਵਰ ਦੇ ਨਾਲ ਧੋਖਾ ਕਰਕੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਨਿਯਮਾਂ, ਹੁਕਮਾਂ ਅਤੇ ਵਿਵਸਥਾਵਾਂ ਤੋਂ ਅਲੱਗ ਕੀਤਾ, ਤਦ ਉਹ ਕਮਜ਼ੋਰ ਹੋਏ। ਉਹਨਾਂ ਨੂੰ ਹੋਰ ਦੇਸ਼ਾਂ ਨੇ ਨਸ਼ਟ ਕਰਕੇ ਲੁੱਟ ਲਿਆ। ਇਹ ਬਹੁਤ ਮਹੱਤਵਪੂਰਨ ਹੈ। ਸਾਡੇ ਵਿਸ਼ਵਾਸ ਦੇ ਜੀਵਨ ਵਿੱਚ ਵੀ ਸਾਡਾ ਸਿਯੋਨ ਸ਼ਕਤੀਸ਼ਾਲੀ ਕਦੋਂ ਹੋਵੇਗਾ ਅਤੇ ਇਹ ਕਿਸ ਪ੍ਰਕਾਰ ਦੇ ਹਾਲਾਤ ਵਿੱਚ ਕਮਜ਼ੋਰ ਹੋਵੇਗਾ। ਕਿਰਪਾ ਇਸ ਗੱਲ ਤੇ ਧਿਆਨ ਦਿਓ। ਇਜ਼ਰਾਈਲੀ 8 ਵਰੇ ਤੱਕ ਅਧੀਨ ਰਹੇ। ਵਚਨ 9, ਜਦ ਇਜ਼ਰਾਈਲੀਆਂ ਨੇ ਯਹੋਵਾ ਅੱਗੇ ਬੇਨਤੀ ਕੀਤੀ ਤਦ ਯਹੋਵਾ ਨੇ ਇੱਕ ਬਚਾਉਣ ਵਾਲਾ ਅਤਨੀਏਲ ਅਰਥਾਤ ਕਾਲੇਬ ਦੇ ਨਿੱਕੇ ਭਰਾ ਕੰਜ ਦੇ ਪੁੱਤਰ ਅਤਨੀਏਲ ਨੂੰ, ਜਿਨੇ ਉਹਨਾਂ ਨੂੰ ਬਚਾਇਆ, ਠਹਿਰਾਇਆ ਅਤੇ ਯਹੋਵਾ ਦਾ ਆਤਮਾ ਉਸ ਦੇ ਉੱਤੇ ਆਇਆ ਔਰ ਉਹ ਇਜ਼ਰਾਈਲ ਦਾ ਨਿਆਈ ਬਣਿਆ ਔਰ ਲੜਾਈ ਕਰਨ ਨੂੰ ਨਿਕਲਿਆ ਅਤੇ ਯਹੋਵਾ ਨੇ ਅਰਾਮ ਦੇ ਪਾਤਸ਼ਾਹ ਕੁਸ਼ਮ ਰਿਸ਼ਾਤੇਮ ਨੂੰ ਉਹਦੇ ਹੱਥ ਵਿੱਚ ਕਰ ਦਿੱਤਾ ਅਤੇ ਉਸ ਦਾ ਹੱਥ ਕੁਸ਼ਮ ਰਿਸ਼ਾਤੇਮ ਦੇ ਉੱਤੇ ਬਲਵਾਨ ਹੋਇਆ। ਇਜ਼ਰਾਈਲ ਵਿੱਚ ਫਿਰ ਤੋਂ ਸ਼ਾਂਤੀ ਲਿਆਂਦੀ ਗਈ ਅਤੇ 40 ਵਰਿਆਂ ਤੱਕ ਉਹ ਦੇਸ਼ ਸੁਖੀ ਰਿਹਾ ਤਾਂ ਕੰਜ ਦਾ ਪੁੱਤਰ ਅਤਨੀਏਲ ਮਰ ਗਿਆ। 40 ਵਰੇ ਤੱਕ ਉਹਨਾਂ ਨੇ ਪੂਰੀ ਲਗਨ ਨਾਲ ਪਰਮੇਸ਼ਵਰ ਦੀ ਸੇਵਾ ਕੀਤੀ। ਉਹਨਾਂ ਨੇ ਪਰਮੇਸ਼ਵਰ ਦੀ ਕਿਰਪਾ ਦੇ ਲਈ ਪਰਮੇਸ਼ਵਰ ਨੂੰ ਵਡਿਆਈ ਅਤੇ ਧੰਨਵਾਦ ਦਿੱਤਾ ਅਤੇ 40 ਸਾਲ ਤੱਕ ਸ਼ਾਂਤੀਪੂਰਨ ਦਿਨਾਂ ਦਾ ਆਨੰਦ ਲਿਆ। ਇਜ਼ਰਾਈਲ ਵਿੱਚ ਸ਼ਾਂਤੀ ਬਣੀ ਰਹੀ। ਇਸ ਗੱਲ ਦਾ ਅਰਥ ਹੈ ਕਿ ਉਹ ਇੱਕ ਸ਼ਕਤੀਸ਼ਾਲੀ ਰਾਜ ਬਣੇ। ਸ਼ਾਂਤੀ ਸ਼ਕਤੀਸ਼ਾਲੀ ਰਾਜ ਹੋਣ ਦੇ ਕਈ ਫਾਇਦਿਆਂ ਵਿੱਚੋਂ ਇੱਕ ਹੈ। ਉਹਨਾਂ ਦਿਨਾਂ ਵਿੱਚ ਸ਼ਕਤੀਸ਼ਾਲੀ ਰਾਜ ਕਮਜ਼ੋਰ ਰਾਜਾਂ ਨੂੰ ਨਾਸ਼ ਕਰ ਦਿੰਦਾ ਸੀ। ਇਸ ਪ੍ਰਕਾਰ ਇਜ਼ਰਾਈਲੀ 40 ਸਾਲ ਤੱਕ ਪਰਮੇਸ਼ਵਰ ਦੀ ਮਰਜ਼ੀ ਤੇ ਚੰਗੀ ਤਰ੍ਹਾਂ ਤੁਰੇ, 40 ਸਾਲ ਦੇ ਸ਼ਾਂਤੀਪੂਰਨ ਸਮਾਂ ਦਾ ਆਨੰਦ ਲੈ ਸਕੇ। ਆਓ ਅਸੀਂ ਵਚਨ 12 ਤੇ ਇੱਕ ਨਜ਼ਰ ਪਾਈਏ। ਇਜ਼ਰਾਈਲੀਆਂ ਨੇ ਫਿਰ ਯਹੋਵਾ ਦੇ ਅੱਗੇ ਕੀ ਕੀਤੀ? ਬੁਰਾਈ ਕੀਤੀ। ਬੁਰਾ ਕਰਨਾ ਹਮੇਸ਼ਾ ਪਰੇਸ਼ਾਨੀ ਹੈ। ਉਹਨਾਂ ਨੇ ਪਰਮੇਸ਼ਵਰ ਦੇ ਹੁਕਮਾਂ ਦਾ ਤਿਆਗ ਕੀਤਾ, ਪਰਮੇਸ਼ਵਰ ਦੇ ਹੁਕਮਾਂ ਦੀ ਅਣਆਗਿਆਕਾਰੀ ਕੀਤੀ ਅਤੇ ਆਪਣੇ ਆਪ ਨੂੰ ਪਰਮੇਸ਼ਵਰ ਤੋਂ ਦੂਰ ਕਰ ਦਿੱਤਾ। ਜਦੋਂ ਵੀ ਉਹ ਦੁਸ਼ਟ ਬੁੱਤਾਂ ਨੂੰ ਮੰਨਣ ਵਾਲੇ ਧਰਮਾਂ ਤੋਂ ਪਰਮਾਏ ਜਾ ਕੇ ਦੁਸ਼ਟ ਮੂਰਤੀਆਂ ਪੂਜਾ ਦੀਆਂ ਰੀਤੀਆਂ ਰਿਵਾਜਾਂ ਦਾ ਪਾਲਨ ਕਰਦੇ ਸੀ, ਤਦ ਪਰਮੇਸ਼ਵਰ ਇਸ ਗੱਲ ਤੋਂ ਬਹੁਤ ਬੇਚੈਨ ਹੋਏ। ਆਓ ਅਸੀਂ ਇੱਕ ਹੋਰ ਵਾਰ ਵਚਨ 12 ਦੇਖੀਏ। ਇਜ਼ਰਾਈਲੀਆਂ ਨੇ ਫਿਰ ਯਹੋਵਾ ਦੇ ਅੱਗੇ ਬੁਰਾਈ ਕੀਤੀ ਤਾਂ ਯਹੋਵਾ ਨੇ ਮੋਆਬ ਦੇ ਰਾਜਾ ਅਗਲੋਨ ਨੂੰ ਇਜ਼ਰਾਈਲ ਦੇ ਉੱਤੇ ਪ੍ਰਬਲ ਕੀਤਾ।
ਇਸ ਲਈ ਜੋ ਉਹਨਾਂ ਨੇ ਯਹੋਵਾ ਦੀ ਨਿਗਾਹ ਵਿੱਚ ਬੁਰਾਈ ਕੀਤੀ ਸੀ ਅਤੇ ਉਸਨੇ ਅਮੋਨੀਆ ਤੇ ਅਮਾਲੀਕੀਆਂ ਨੂੰ ਆਪਣੇ ਨਾਲ ਰਲਾਇਆ ਅਤੇ ਇਜ਼ਰਾਈਲ ਨੂੰ ਜਾ ਮਾਰਿਆ ਅਤੇ ਖਜੂਰਾਂ ਦਾ ਸ਼ਹਿਰ ਲੈ ਲਿਆ। ਸੋ ਇਜ਼ਰਾਈਲੀ 18 ਵਰ੍ਹਿਆਂ ਤੱਕ ਮੁਆਬ ਦੇ ਰਾਜਾ ਅਗਲੋਨ ਦੀ ਟਹਿਲ ਕਰਦੇ ਰਹੇ। ਇਜ਼ਰਾਈਲ ਜੋ ਇੱਕ ਵਾਰ ਸ਼ਕਤੀਸ਼ਾਲੀ ਰਾਜ ਸੀ, ਫਿਰ ਤੋਂ ਕਮਜ਼ੋਰ ਹੋ ਗਿਆ। ਉਹ 18 ਸਾਲ ਤੱਕ ਮੁਆਬ ਦੇ ਰਾਜਾ ਅਗਲੋਨ ਦੇ ਅਧੀਨ ਰਹੇ। ਜਦੋਂ ਅਸੀਂ ਨਿਆਂਇਆਂ, ਇਤਿਹਾਸ ਅਤੇ ਪਹਿਲਾ ਰਾਜਿਆਂ ਦੀ ਪੁਸਤਕ ਵਿੱਚ ਇਜ਼ਰਾਈਲ ਦੇ ਇਤਿਹਾਸ ਦੀ ਧਿਆਨ ਨਾਲ ਜਾਂਚ ਕਰਦੇ ਹਾਂ, ਤਦ ਅਸੀਂ ਦੇਖ ਸਕਦੇ ਹਾਂ ਕਿ ਇਜ਼ਰਾਈਲ ਦੇ ਦੋ ਭਾਗ ਅਰਥਾਤ ਸ਼ਕਤੀਸ਼ਾਲੀ ਇਜ਼ਰਾਈਲ ਅਤੇ ਕਮਜ਼ੋਰ ਇਜ਼ਰਾਈਲ ਸੀ। ਤਦ ਉਹ ਸ਼ਕਤੀਸ਼ਾਲੀ ਕਦੋਂ ਬਣੇ ਅਤੇ ਉਹਨਾਂ ਦਾ ਨਾਸ਼ ਹੋਣਾ ਕਦੋਂ ਸ਼ੁਰੂ ਹੋਇਆ? ਜਦੋਂ ਉਹਨਾਂ ਨੇ ਪਰਮੇਸ਼ਵਰ ਦੀਆਂ ਵਿਧੀਆਂ, ਹੁਕਮਾਂ ਅਤੇ ਵਿਵਸਥਾਵਾਂ ਨੂੰ ਤਿਆਗ ਦਿੱਤਾ, ਤਦੋਂ ਉਹ ਬਰਬਾਦ ਹੋ ਕੇ ਕਮਜ਼ੋਰ ਹੋ ਗਏ। ਉਹਨਾਂ ਨੂੰ ਗੁਆਂਢੀ ਰਾਜਾ ਨੇ ਲੁੱਟਿਆ ਅਤੇ ਉਹ ਉਹਨਾਂ ਦੇ ਦਾਸ ਬਣੇ। ਇਹ ਇਤਿਹਾਸ ਦੁਹਰਾਇਆ ਗਿਆ। ਤਦ ਪਰਮੇਸ਼ਵਰ ਸਾਨੂੰ ਜੋ ਇਹਨਾਂ ਦਿਨਾਂ ਵਿੱਚ ਜੀ ਰਹੇ ਹਨ, ਇਜ਼ਰਾਈਲ ਦਾ ਇਹ ਇਤਿਹਾਸ ਕਿਉਂ ਦਿਖਾਉਂਦੇ ਹਨ? ਰੋਮੀਆਂ ਅਧਿਆਇ 15 ਵਚਨ 4 ਵਿੱਚ ਲਿਖਿਆ ਹੈ, ਕਿਉਂਕਿ ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ। ਤਦ ਨਿਆਂਇਆਂ ਦੀ ਪੁਸਤਕ ਵਿੱਚ ਦੇ ਇਤਿਹਾਸ ਤੋਂ ਸਾਨੂੰ ਪਰਮੇਸ਼ਵਰ ਤੋਂ ਕਿਵੇਂ ਸਿੱਖਿਆ ਲੈਣੀ ਚਾਹੀਦੀ ਹੈ? ਪਰਮੇਸ਼ਵਰ ਦੇ ਹੁਕਮਾਂ, ਵਿਧੀਆਂ ਅਤੇ ਵਿਵਸਥਾਵਾਂ ਦਾ ਪਾਲਨ ਕਰਦੇ ਸਮੇਂ ਇਜ਼ਰਾਈਲ ਆਪਣੇ ਆਪ ਨੂੰ ਸ਼ਕਤੀਸ਼ਾਲੀ ਰਾਜ ਦੇ ਰੂਪ ਵਿੱਚ ਬਣਾਏ ਰੱਖਣ ਵਿੱਚ ਕਾਬਿਲ ਸੀ। ਕੀ ਇਹ ਪਰਮੇਸ਼ਵਰ ਦੀ ਮਰਜ਼ੀ ਨਹੀਂ ਕਿ ਸਾਨੂੰ ਵੀ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ? ਆਓ ਅਸੀਂ ਵਚਨ 12 ਫਿਰ ਤੋਂ ਦੇਖੀਏ। ਇਜ਼ਰਾਈਲੀਆਂ ਨੇ ਫਿਰ ਯਹੋਵਾ ਦੇ ਅੱਗੇ ਬੁਰਾਈ ਕੀਤੀ, ਤਾਂ ਯਹੋਵਾ ਨੇ ਮੁਆਬ ਦੇ ਰਾਜਾ ਅਗਲੋਨ ਨੂੰ ਇਜ਼ਰਾਈਲ ਦੇ ਉੱਤੇ ਪ੍ਰਬਲ ਕੀਤਾ, ਇਸ ਲਈ ਜੋ ਉਹਨਾਂ ਨੇ ਯਹੋਵਾ ਦੀ ਨਿਗਾਹ ਵਿੱਚ ਬੁਰਾਈ ਕੀਤੀ ਸੀ। ਅਤੇ ਉਸਨੇ ਅਮੋਨੀਆ ਤੇ ਅਮਾਲੀਕੀਆਂ ਨੂੰ ਆਪਣੇ ਨਾਲ ਰਲਾਇਆ ਅਤੇ ਇਜ਼ਰਾਈਲ ਨੂੰ ਜਾ ਮਾਰਿਆ ਅਤੇ ਖਜੂਰਾਂ ਦਾ ਸ਼ਹਿਰ ਲੈ ਲਿਆ। ਸੋ ਇਜ਼ਰਾਈਲੀ 18 ਵਰ੍ਹਿਆਂ ਤੱਕ ਮੁਆਬ ਦੇ ਰਾਜਾ ਅਗਲੋਨ ਦੀ ਟਹਿਲ ਕਰਦੇ ਰਹੇ। ਇਸ ਦਾ ਅਰਥ ਹੈ ਕਿ ਉਹ ਯੁੱਧ ਹਾਰ ਗਏ। ਜਦੋਂ ਇਹ ਕਹਿੰਦਾ ਹੈ ਕਿ ਇਜ਼ਰਾਈਲੀ ਮੁਆਬ ਦੇ ਰਾਜਾ ਅਗਲੋਨ ਦੇ ਅਧੀਨ ਰਹੇ, ਤਦ ਇਸ ਦਾ ਅਰਥ ਹੈ ਕਿ ਮੁਆਬ ਨੇ ਇਹਨਾਂ ਤੇ ਹਮਲਾ ਕੀਤਾ ਅਤੇ ਫਿਰ ਤੋਂ ਦਾਸ ਬਣ ਗਏ। ਵਚਨ 15, ਫਿਰ ਇਜ਼ਰਾਈਲੀਆਂ ਨੇ ਯਹੋਵਾ ਦੇ ਅੱਗੇ ਦੁਹਾਈ ਦਿੱਤੀ ਅਤੇ ਯਹੋਵਾ ਨੇ ਉਹਨਾਂ ਦੇ ਲਈ ਇੱਕ ਬਿਨਯਾਮੀਨੀ ਗੇਰਾ ਦੇ ਪੁੱਤਰ ਏਹੂਦ ਨੂੰ, ਜੋ ਖੱਬਾ ਸੀ, ਉਠਾਇਆ ਅਤੇ ਇਜ਼ਰਾਈਲੀਆਂ ਨੇ ਉਸ ਦੇ ਹੱਥੀਂ ਮੁਆਬ ਦੇ ਰਾਜਾ ਅਗਲੋਨ ਕੋ ਨਜ਼ਰਾਨਾ ਘੱਲਿਆ। ਪਰ ਏਹੂਦ ਨੇ ਆਪਣੇ ਲਈ ਇੱਕ ਹੱਥ ਲੰਬੀ ਦੁਧਾਰੀ ਕਟਾਰ ਬਣਵਾਈ ਅਤੇ ਉਹਨੂੰ ਲੀੜੇ ਹੇਠ ਸੱਜੇ ਪੱਟ ਨਾਲ ਬੰਨਿਆ ਅਤੇ ਉਹ ਨਜ਼ਰਾਨਾ ਮੁਆਬ ਦੇ ਰਾਜਾ ਕੋਲ ਲਿਆਇਆ। ਅਤੇ ਅਗਲੋਨ ਇੱਕ ਵੱਡਾ ਘੋਗੜ ਮਨੁੱਖ ਸੀ ਅਤੇ ਅਜਿਹਾ ਹੋਇਆ ਜਾਂ ਉਹ ਨਜ਼ਰਾਨਾ ਦੇ ਚੁੱਕਾ ਤਾਂ ਜਿਹੜੇ ਨਜ਼ਰਾਨਾ ਚੁੱਕ ਲਿਆਏ ਸਨ, ਉਹਨਾਂ ਲੋਕਾਂ ਨੂੰ ਉਸਨੇ ਵਿਦਿਆ ਕੀਤਾ। ਪਰ ਉਹ ਆਪ ਪੱਥਰ ਦੀ ਖਾਨ ਕੋਲੋਂ ਜੋ ਗਿਲਗਾਲ ਵਿੱਚ ਹੈ ਮੁੜ ਆਇਆ ਤੇ ਆਖਿਆ, ਹੇ ਮਹਾਰਾਜ, ਤੇਰੇ ਲਈ ਇੱਕ ਗੁੱਜਾ ਸੰਦੇਸ਼ਾ ਮੇਰੇ ਕੋਲ ਹੈ। ਉਹ ਬੋਲਿਆ, ਸਾਰੇ ਚੁੱਪ ਕਰ ਰਹੋ। ਤਾਂ ਜਿਹੜੇ ਉਹਦੇ ਦੁਆਲੇ ਖਲੋਤੇ ਸਨ ਸਭ ਬਾਹਰ ਨਿਕਲ ਗਏ। ਤਾਂ ਏਹੂਦ ਉਹਦੇ ਕੋਲ ਆਇਆ। ਉਸ ਵੇਲੇ ਉਹ ਹਵਾਖੋਰੀ ਚੁਬਾਰੇ ਵਿੱਚ ਜੋ ਨਿਰਾ ਉਸ ਦੇ ਲਈ ਸੀ ਬੈਠਾ ਹੋਇਆ ਸੀ। ਤਾਂ ਏਹੂਦ ਨੇ ਆਖਿਆ, ਤੇਰੇ ਲਈ ਮੇਰੇ ਕੋਲ ਪਰਮੇਸ਼ਵਰ ਦੇ ਵੱਲੋਂ ਇੱਕ ਸੰਦੇਸ਼ਾ ਹੈ। ਤਾਂ ਉਹ ਚੱਕੀ ਉੱਤੋਂ ਉੱਠ ਖਲੋਤਾ। ਤਾਂ ਏਹੂਦ ਨੇ ਆਪਣਾ ਖੱਬਾ ਹੱਥ ਲੰਬਾ ਕੀਤਾ ਅਤੇ ਸੱਜੇ ਪੱਟ ਉੱਤੋਂ ਕਟਾਰ ਫੜ ਕੇ ਉਹਦੀ ਤੋਨ ਦੇ ਵਿੱਚ ਘੁਸੇੜ ਦਿੱਤੀ ਅਤੇ ਫਲ ਦੇ ਸਣੇ ਮੁੱਠ ਵੀ ਧਸ ਗਈ ਅਤੇ ਕਟਾਰ ਚਰਬੀ ਦੇ ਵਿੱਚ ਜਾ ਕੁੱਬੀ, ਕਿਉਂ ਜੋ ਉਸਨੇ ਉਹਦੀ ਤੋਂਦ ਵਿੱਚੋਂ ਉਹਨੂੰ ਨਹੀਂ ਕੱਢਿਆ ਅਤੇ ਬਿਸ਼ਟਾ ਨਿਕਲ ਪਿਆ। ਤਦ ਏਹੂਦ ਨੇ ਬਾਹਰ ਸੂਫੇ ਵਿੱਚ ਆ ਕੇ ਚੁਬਾਰੇ ਦਾ ਬੂਹਾ ਆਪਣੇ ਮਗਰੋਂ ਪੇੜਿਆ ਅਰ ਜੰਦਰਾ ਮਾਰ ਦਿੱਤਾ। ਇਸ ਤਰ੍ਹਾਂ ਇਜ਼ਰਾਈਲੀ ਮੁਆਬ ਤੋਂ ਛੁਡਾਏ ਗਏ। ਆਓ ਅਸੀਂ ਵਚਨ 30 ਤੇ ਜਾਈਏ। ਸੋ ਉਸ ਦਿਨ ਇਜ਼ਰਾਈਲ ਦੇ ਹੱਥ ਵਿੱਚ ਮੁਆਬ ਆਇਆ ਅਤੇ 80 ਵਰ੍ਹਾਂ ਤੋੜੀ ਉਹ ਦੇਸ਼ ਸੁੱਖ ਭੋਗਦਾ ਰਿਹਾ। ਜਿਵੇਂ ਤੁਸੀਂ ਦੇਖ ਸਕਦੇ ਹੋ, ਇਜ਼ਰਾਈਲ ਦਾ ਇਤਿਹਾਸ ਪਰਮੇਸ਼ਵਰ ਨੂੰ ਛੱਡਣਾ, ਪਰਮੇਸ਼ਵਰ ਕੋਲ ਮੁੜਨਾ ਅਤੇ ਤੋਬਾ ਕਰਕੇ ਪਰਮੇਸ਼ਵਰ ਦੇ ਕੋਲ ਮੁੜ ਆਉਣਾ ਇਸ ਤਰ੍ਹਾਂ ਦੁਹਰਾਇਆ ਜਾਂਦਾ ਹੈ। ਜਦੋਂ ਕਦੀ ਉਹਨਾਂ ਨੇ ਪਰਮੇਸ਼ਵਰ ਨੂੰ ਤਿਆਗ ਦਿੱਤਾ, ਤਦ ਉਹ ਰਾਜਾ ਨੇ ਉਹਨਾਂ ਤੇ ਹਮਲਾ ਕੀਤਾ। ਜਦੋਂ ਕਦੀ ਉਹਨਾਂ ਨੇ ਪਰਮੇਸ਼ਵਰ ਦਾ ਡਰ ਮੰਨਿਆ, ਤਦ ਸ਼ਕਤੀਸ਼ਾਲੀ ਰਾਜ ਦੇ ਰੂਪ ਵਿੱਚ ਉਹਨਾਂ ਨੂੰ ਆਰਾਮ ਮਿਲਿਆ ਅਤੇ ਇੱਥੋਂ ਤੱਕ ਕਿ ਉਹਨਾਂ ਨੇ ਗੁਆਂਢੀ ਰਾਜਾ ਤੋਂ ਭੇਂਟ ਵੀ ਪਾਈ। ਆਓ ਅਸੀਂ ਅਧਿਆਇ 6 ਵਚਨ 1 ਦੇਖੀਏ। ਇਜ਼ਰਾਈਲੀਆਂ ਨੇ ਯਹੋਵਾ ਅੱਗੇ ਬੁਰਾਈ ਕੀਤੀ, ਤਦ ਯਹੋਵਾ ਨੇ ਉਹਨਾਂ ਨੂੰ 7 ਵਰ੍ਹਿਆਂ ਤੋੜੀ ਮਿਦਾਨੀਆਂ ਦੇ ਹੱਥ ਵਿੱਚ ਕਰ ਦਿੱਤਾ
ਇੱਥੇ ਅਸੀਂ ਵਾਰ-ਵਾਰ ਦੁਹਰਾਈ ਜਾ ਰਹੀ ਇੱਕ ਹੀ ਚੀਜ਼ ਨੂੰ ਦੇਖ ਸਕਦੇ ਹਾਂ। ਇਜ਼ਰਾਈਲ ਨੇ ਲਗਾਤਾਰ ਬੁਰੇ ਕੰਮ ਕੀਤੇ ਅਤੇ ਫਿਰ ਤੋਬਾ ਕਰਕੇ ਪਰਮੇਸ਼ਵਰ ਦੇ ਕੋਲ ਮੁੜ ਆਇਆ। ਜਦੋਂ ਉਹ ਮੁੜ ਆਉਂਦੇ ਸੀ ਤਦ ਉਹ ਪਰਮੇਸ਼ਵਰ ਦੀ ਕਿਰਪਾ ਪਾ ਕੇ ਇਸ ਤਰ੍ਹਾਂ ਦਾ ਸ਼ਕਤੀਸ਼ਾਲੀ ਰਾਜ ਬਣਦੇ ਸੀ ਜੋ ਆਲੇ ਦੁਆਲੇ ਦੇ ਰਾਜਾ ਤੋਂ ਭੇਟ ਵੀ ਪਾਉਂਦਾ ਸੀ। ਫਿਰ ਉਹ ਯੁੱਧ ਵਿੱਚ ਹਾਰ ਕੇ ਹੋਰ ਦੇਸ਼ਾਂ ਨੂੰ ਭੇਟ ਦਿੰਦੇ ਸੀ। ਉਹ ਕਮਜ਼ੋਰ ਅਤੇ ਸ਼ਕਤੀਸ਼ਾਲੀ ਅਤੇ ਕਮਜ਼ੋਰ ਬਣਦੇ ਜਾਂਦੇ ਸੀ। ਬਾਈਬਲ ਵਿੱਚ ਤੁਸੀਂ ਆਸਾਨੀ ਨਾਲ ਇਹ ਪਤਾ ਲਗਾ ਸਕਦੇ ਹੋ ਕਿ ਇਜ਼ਰਾਈਲ ਸ਼ਕਤੀਸ਼ਾਲੀ ਕਦੋਂ ਬਣਿਆ ਅਤੇ ਕਮਜ਼ੋਰ ਕਦੋਂ ਬਣਿਆ। ਇੱਥੇ ਕਿਹਾ ਗਿਆ ਹੈ ਕਿ ਯਹੋਵਾ ਨੇ ਉਹਨਾਂ ਨੂੰ ਮਿਦਾਨੀਆਂ ਦੇ ਹੱਥ ਵਿੱਚ 7 ਵਰ੍ਹੇ ਰੱਖਿਆ। ਵਚਨ 2, ਮਿਦਾਨੀਆਂ ਦਾ ਹੱਥ ਇਜ਼ਰਾਈਲੀਆਂ ਉੱਤੇ ਤਕੜਾ ਹੋਇਆ ਅਤੇ ਮਿਦਾਨੀਆਂ ਦੇ ਕਾਰਨ ਇਜ਼ਰਾਈਲੀਆਂ ਨੇ ਆਪਣੇ ਲਈ ਪਹਾੜਾਂ ਵਿੱਚ ਘੂਰੇ ਅਤੇ ਗੁਫਾ ਅਰ ਕੋਟ ਬਣਾਏ। ਅਤੇ ਅਜਿਹਾ ਹੁੰਦਾ ਸੀ ਭਾਈ, ਜਿਸ ਵੇਲੇ ਇਜ਼ਰਾਈਲੀ ਕੁਝ ਬੀਜਦੇ ਸਨ ਤਾਂ ਮਿਦਾਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਉਹਨਾਂ ਉੱਤੇ ਚੜ ਆਉਂਦੇ ਸਨ ਅਤੇ ਉਹਨਾਂ ਦੇ ਸਾਹਮਣੇ ਤੰਬੂ ਲਾ ਕੇ ਪੈਲੀਆਂ ਦਾ ਫਲ, ਅਜਾ ਦੇ ਆਪੜਨ, ਤੂੜੀ ਉਜਾੜ ਦਿੰਦੇ ਸਨ ਅਤੇ ਇਜ਼ਰਾਈਲ ਦੇ ਵਿੱਚ ਆਹਾਰ ਨਹੀਂ ਰਹਿਣ ਦਿੰਦੇ ਸਨ, ਨਾ ਭੇਡ, ਨਾ ਬਲਦ, ਨਾ ਖੋਤਾ, ਕਿਉਂ ਜੋ ਆਪਣੇ ਡੰਗਰ ਅਤੇ ਆਪਣੀਆਂ ਤੰਬੂਆਂ ਸਣੇ ਟਿੱਡੀ ਦੇ ਦਲ ਵਾਂਗੂ ਆਉਂਦੇ ਸਨ ਅਤੇ ਉਹ ਅਰ ਉਹਨਾਂ ਦੇ ਊਠ ਅਣਗਿਣਤ ਸਨ ਅਤੇ ਉਸ ਦੇਸ਼ ਵਿੱਚ ਵੜ ਕੇ ਉਹਨਾਂ ਨੂੰ ਉਜਾੜਦੇ ਸਨ। ਹੁਣ ਜਦੋਂ ਕਦੇ ਇਜ਼ਰਾਈਲੀਆਂ ਨੇ ਪਰਮੇਸ਼ਵਰ ਦੇ ਸਾਹਮਣੇ ਬੁਰਾ ਕੀਤਾ ਤਦ ਇਸ ਪ੍ਰਕਾਰ ਦੀ ਘਟਨਾ ਦੁਹਰਾਈ ਗਈ। ਵਚਨ 6, ਸੋ ਮਿਦਾਨੀਆਂ ਦੇ ਕਾਰਨ ਇਜ਼ਰਾਈਲੀ ਅਤ ਨਿਰਧਨ ਹੋ ਗਏ ਅਤੇ ਇਜ਼ਰਾਈਲੀਆਂ ਨੇ ਯਹੋਵਾ ਦੇ ਅੱਗੇ ਦੁਹਾਈ ਦਿੱਤੀ। ਜਿਵੇਂ ਕਿ ਤੁਸੀਂ ਵਚਨ 2 ਵਿੱਚ ਦੇਖ ਸਕਦੇ ਹੋ, ਜਦੋਂ ਉਹਨਾਂ ਨੇ ਮਦਦ ਦੇ ਲਈ ਪਰਮੇਸ਼ਵਰ ਦੀ ਦੁਹਾਈ ਦਿੱਤੀ ਤਦ ਪਰਮੇਸ਼ਵਰ ਨੇ ਉਹਨਾਂ ਦੇ ਕੋਲ ਗਿਦੋਨ ਨੂੰ ਭੇਜਿਆ। ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਮਿਦਾਨੀਆਂ ਦੇ ਹੱਥੋਂ ਛੁਡਾਉਣ ਦੇ ਲਈ ਗਿਦੋਨ ਨੂੰ ਭੇਜਿਆ, ਜਿਸ ਤੋਂ ਇੱਕ ਵਾਰ ਫਿਰ ਇਜ਼ਰਾਈਲ ਮਜ਼ਬੂਤ ਹੋ ਗਿਆ। ਆਓ ਅਸੀਂ ਵਚਨ 25 ਤੇ ਜਾਈਏ। ਤਾਂ ਅਜਿਹਾ ਹੋਇਆ ਜੋ ਉਸੇ ਰਾਤ ਯਹੋਵਾ ਨੇ ਉਹਨੂੰ ਆਖਿਆ, ਆਪਣੇ ਪਿਓ ਦਾ ਬਲਦ ਲੈ, ਅਰਥਾਤ ਉਹ ਦੂਜਾ ਬਲਦ ਜਿਹੜਾ 7 ਵਰ੍ਹਿਆਂ ਦਾ ਹੈ, ਅਤੇ ਬਾਲ ਦੀ ਜਗਵੇਦੀ ਜੋ ਤੇਰੇ ਪਿਓ ਦੀ ਹੈ ਉਹਨੂੰ ਕੀ ਕਰ, ਢਾਹ ਸੁੱਟ ਤੇ ਉਸ ਦੇ ਕੋਲ ਦਾ ਟੁੰਡ ਵੱਢ ਸੁੱਟ। ਅਤੇ ਯਹੋਵਾ ਆਪਣੇ ਪਰਮੇਸ਼ਵਰ ਦੇ ਲਈ ਇਸ ਪੱਥਰ ਦੇ ਉੱਤੇ ਅੱਛੀ ਤਰ੍ਹਾਂ ਨਾਲ ਜਗਵੇਦੀ ਬਣਾ ਅਤੇ ਉਸ ਦੂਜੇ ਬਲਦ ਨੂੰ ਲੈ ਕੇ ਉਸ ਦੇ ਕੋਲ ਦੇ ਟੁੰਡ ਦੀ ਲੱਕੜ ਨਾਲ ਜਿਹਨੂੰ ਤੂੰ ਵੱਢ ਸੁੱਟੇਂਗਾ ਹੋਮ ਚੜਾ। ਤਾਂ ਗਿਦੋਨ ਨੇ ਆਪਣੇ ਟਹਿਲੂਆਂ ਵਿੱਚੋਂ 10 ਜਣੇ ਲਏ ਅਤੇ ਜਿਹਾ ਯਹੋਵਾ ਨੇ ਉਹਨੂੰ ਆਖਿਆ ਸੀ ਤਿਹਾ ਹੀ ਕੀਤਾ। ਅਤੇ ਇਸ ਕਰਕੇ ਜੋ ਉਹ ਇਹ ਕੰਮ ਦਿਨੇ ਕਰਨ ਵਿੱਚ ਆਪਣੇ ਪਿਓ ਦੇ ਘਰਾਨੇ ਅਸ਼ੇਰ ਦੇ ਵਾਸੀਆਂ ਤੋਂ ਡਰਦਾ ਸੀ, ਸੋ ਰਾਤੀ ਕੀਤਾ। ਇਸ ਤਰ੍ਹਾਂ ਗਿਦੋਨ ਨੇ ਸਾਰੀ ਮੂਰਤੀਆਂ ਨੂੰ ਨਸ਼ਟ ਕੀਤਾ ਅਤੇ ਉਸ ਦੇ ਸੈਨਿਕਾਂ ਨੇ ਪਰਮੇਸ਼ਵਰ ਦੀ ਕਿਰਪਾ ਨਾਲ ਮਿਦਾਨੀਆਂ ਦੇ 1,35,000 ਪੁਰਖਾਂ ਨੂੰ ਹਰਾ ਦਿੱਤਾ। ਤੁਸੀਂ ਇਸ ਨੂੰ ਅਧਿਆਇ 8 ਵਿੱਚ ਦੇਖ ਸਕਦੇ ਹੋ। ਆਓ ਅਸੀਂ ਨਿਆਂਇਆਂ ਅਧਿਆਇ 8 ਵਚਨ 10 ਤੇ ਜਾਈਏ। ਜਬਾ ਅਰ ਸਲਮੁਨਾ ਆਪਣੀ ਫੌਜ ਸਣੇ ਜੋ ਪੂਰਬ ਦੇ ਲੋਕਾਂ ਵਿੱਚੋਂ 15,000 ਰਹਿੰਦੇ ਸਨ, ਕਰਕੋਰ ਦੇ ਵਿੱਚ ਸਨ, ਕਿਉਂ ਜੋ 1,20,000 ਹਥਿਆਰਬੰਦ ਵੱਡੇ ਗਏ ਸਨ। ਇਸ ਘੜੀ ਤੇ ਜਿੱਤ ਪਹਿਲਾਂ ਤੋਂ ਹੀ ਦਿੱਤੀ ਗਈ ਸੀ। ਤੁਸੀਂ ਦੇਖ ਸਕਦੇ ਹੋ ਕਿ ਗਿਦੋਨ ਦੇ 300 ਸੈਨਿਕਾਂ ਨੇ 1,20,000 ਪੁਰਖਾਂ ਨੂੰ ਨਸ਼ਟ ਕਰ ਦਿੱਤਾ। 1,35,000 ਪੁਰਖਾਂ ਵਿੱਚੋਂ 15,000 ਛੱਡ ਦਿੱਤੇ ਗਏ ਅਤੇ ਉਹ ਵੀ ਬਾਅਦ ਵਿੱਚ ਮਾਰੇ ਗਏ। ਆਖਰਕਾਰ ਇਜ਼ਰਾਈਲੀਆਂ ਨੂੰ ਮਿਦਾਨੀਆਂ ਦੇ ਹੱਥ ਤੋਂ ਮੁਕਤ ਕੀਤਾ ਗਿਆ ਅਤੇ ਉਹ ਫਿਰ ਤੋਂ 40 ਸਾਲ ਤੱਕ ਆਰਾਮ ਨਾਲ ਰਹੇ। ਆਓ ਅਸੀਂ ਅਧਿਆਇ 8 ਵਚਨ 28 ਦੇਖੀਏ। ਇਸ ਤਰ੍ਹਾਂ ਨਾਲ ਇਜ਼ਰਾਈਲੀਆਂ ਅੱਗੇ ਮਿਦਾਨੀ ਅਜਿਹੇ ਹਾਰੇ ਜੋ ਫਿਰ ਸਿਰ ਨਾ ਚੁੱਕ ਸਕੇ ਅਤੇ ਗਿਦੋਨ ਦੇ ਦਿਨਾਂ ਵਿੱਚ 40 ਵਰ੍ਹੇ ਦੇਸ਼ ਸੁਖੀ ਰਿਹਾ। ਸੁਖੀ ਰਹਿਣਾ ਇਹ ਦਰਸਾਉਂਦਾ ਹੈ ਕਿ ਇਜ਼ਰਾਈਲ ਇਸ ਤਰ੍ਹਾਂ ਦਾ ਸ਼ਕਤੀਸ਼ਾਲੀ ਰਾਜ ਬਣਿਆ ਕਿ ਹੋਰ ਗਵਾਂਢੀ ਰਾਜ ਇਸ ਦੇ ਵਿਰੁੱਧ ਜਾਣ ਦੇ ਲਈ ਹਿੰਮਤ ਨਹੀਂ ਕਰਦੇ ਸੀ। ਵੱਡੀ ਜਿੱਤ ਦੇ ਬਾਅਦ ਬਹੁਤ ਸਾਰੇ ਲੋਕਾਂ ਨੇ ਇਹ ਕਹਿੰਦੇ ਹੋਏ ਗਿਦੋਨ ਤੋਂ ਬੇਨਤੀ ਕੀਤੀ, ਅਸੀਂ ਚਾਹੁੰਦੇ ਹਾਂ ਕਿ ਤੂੰ ਅਤੇ ਤੇਰੇ ਪਰਿਵਾਰ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਡੇ ਤੇ ਰਾਜ ਕਰਨ। ਉਹਨਾਂ ਦੀ ਬੇਨਤੀ ਕਰਨ ਤੇ ਗਿਦੋਨ ਨੇ ਉੱਤਰ ਦਿੱਤਾ, ਅਸੀਂ ਤੁਹਾਡੇ ਤੇ ਰਾਜ ਨਹੀਂ ਕਰ ਸਕਦੇ, ਸਿਰਫ ਪਰਮੇਸ਼ਵਰ ਤੁਹਾਡੇ ਇਜ਼ਰਾਈਲ ਤੇ ਰਾਜ ਕਰੇਗਾ। ਗਿਦੋਨ ਨੇ ਇਹ ਗੱਲ ਇਜ਼ਰਾਈਲੀਆਂ ਨੂੰ ਵਚਨ 22 ਵਿੱਚ ਆਖੀ। ਕਿਉਂਕਿ ਇਜ਼ਰਾਈਲ ਇਸ ਤਰ੍ਹਾਂ ਸੀ, ਇਸ ਲਈ ਇਜ਼ਰਾਈਲ ਵਿੱਚ ਵੱਡੀ ਸ਼ਾਂਤੀ ਸੀ। ਵਚਨ 22, ਤਦ ਇਜ਼ਰਾਈਲ ਦੇ ਮਨੁੱਖਾਂ ਨੇ ਗਿਦੋਨ ਨੂੰ ਆਖਿਆ,
ਸਾਡੇ ਉੱਤੇ ਰਾਜ ਕਰ, ਅਤੇ ਤੇਰਾ ਪੁੱਤਰ ਅਤੇ ਤੇਰਾ ਪੋਤਰਾ ਵੀ, ਕਿਉਂ ਜੋ ਤੂੰ ਹੀ ਸਾਨੂੰ ਮਿਦਾਉਨ ਦੇ ਹੱਥੋਂ ਛੁਡਾਇਆ ਹੈ। ਤਦ ਗਿਦੌਨ ਨੇ ਉਹਨਾਂ ਨੂੰ ਆਖਿਆ, ਨਾ ਮੈਂ ਤੁਹਾਡੇ ਉੱਤੇ ਰਾਜ ਕਰਾਂਗਾ ਅਤੇ ਨਾ ਮੇਰਾ ਪੁੱਤਰ ਤੁਹਾਡੇ ਉੱਤੇ ਰਾਜ ਕਰੇਗਾ, ਸਗੋਂ ਸਿਰਫ ਕੌਣ? ਯਹੋਵਾ ਤੁਹਾਡੇ ਉੱਤੇ ਰਾਜ ਕਰੇਗਾ। ਜਦੋਂ ਇਜ਼ਰਾਈਲ ਨੇ ਉਸੇ ਤਰ੍ਹਾਂ ਕੀਤਾ ਤਦ ਕੀ ਹੋਇਆ ਕਿ ਇਜ਼ਰਾਈਲ ਫਿਰ ਤੋਂ ਸ਼ਕਤੀਸ਼ਾਲੀ ਰਾਜ ਨਹੀਂ ਬਣਿਆ ਜਿਵੇਂ ਉਹ ਵਚਨ ਕਹਿੰਦਾ ਹੈ, ਅਤੇ 40 ਸਾਲ ਤੱਕ ਦੇਸ਼ ਵਿੱਚ ਸੁੱਖ ਰਿਹਾ। ਨਿਆਂਇਆਂ ਦੀ ਪੁਸਤਕ ਵਿੱਚ ਦਰਜ ਇਜ਼ਰਾਈਲੀਆਂ ਦੇ ਇਤਿਹਾਸ ਤੋਂ ਅਸੀਂ ਇਹ ਸਿੱਖ ਸਕਦੇ ਹਾਂ ਕਿ ਇਜ਼ਰਾਈਲ ਸ਼ਕਤੀਸ਼ਾਲੀ ਕਦੋਂ ਬਣਿਆ ਅਤੇ ਕਮਜ਼ੋਰ ਕਦੋਂ ਹੋਇਆ। ਹਮੇਸ਼ਾ ਜਦੋਂ ਕਦੀ ਲੋਕਾਂ ਨੇ ਪਰਮੇਸ਼ੁਰ ਦੇ ਹੁਕਮਾਂ, ਸਿੱਖਿਆਵਾਂ ਅਤੇ ਦਿਸ਼ਾਲਾਂ ਦਾ ਪਾਲਨ ਕੀਤਾ, ਤਦ ਉਹ ਇਸ ਤਰ੍ਹਾਂ ਦਾ ਸ਼ਕਤੀਸ਼ਾਲੀ ਰਾਜ ਬਣੇ ਜਿਸ ਦਾ ਵਿਰੋਧ ਕੋਈ ਰਾਜ ਨਹੀਂ ਕਰ ਸਕਦਾ ਸੀ। ਪਰ ਜਦੋਂ ਕਦੀ ਉਹ ਬੁਰੇ ਕੰਮ ਕਰਦੇ ਸੀ ਜੋ ਪਰਮੇਸ਼ੁਰ ਦੀ ਵਿਵਸਥਾਵਾਂ ਅਤੇ ਵਿਧੀਆਂ ਦੇ ਅਨੁਸਾਰ ਮਨਾ ਸੀ, ਤਾਂ ਝੱਟ ਤੋਂ ਉਹਨਾਂ ਦੀ ਸ਼ਕਤੀ ਦਾ ਨਾਸ਼ ਹੋਇਆ। ਹੁਣ ਆਓ ਅਸੀਂ ਨਿਆਂਇਆਂ ਦੇ ਸਮੇਂ ਤੋਂ ਵੀ ਦੂਰ ਜਾ ਕੇ ਯਹੋਸ਼ੂਆ ਦਾ ਇਤਿਹਾਸ ਦੇਖੀਏ। ਯੁੱਗ ਜਾਂ ਸਮੇਂ ਦੇ ਬਾਵਜੂਦ ਜਦੋਂ ਕਦੇ ਇਜ਼ਰਾਈਲੀਆਂ ਨੇ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ ਅਤੇ ਬੁਰਾਈ ਕੀਤੀ, ਤਦ ਉਹ ਕਮਜ਼ੋਰ ਰਾਜ ਬਣਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਸੀ। ਆਓ ਅਸੀਂ ਯਹੋਸ਼ੂਆ ਅਧਿਆਇ 7 ਵਿੱਚ ਇਸ ਗੱਲ ਦੀ ਪੁਸ਼ਟੀ ਕਰੀਏ। ਯਹੋਸ਼ੂਆ ਅਧਿਆਇ 7 ਵਚਨ 1, ਪਰ ਇਜ਼ਰਾਈਲੀਆਂ ਨੇ ਮਨਸੀ ਹੋਈ ਚੀਜ਼ ਵਿਖੇ ਅਪਰਾਧ ਕੀਤਾ, ਕਿਉਂ ਜੋ ਜਰਾ ਦੇ ਪੜਪੋਤੇ, ਜਬਦੀ ਦੇ ਪੋਤੇ ਅਤੇ ਕਰਮੀ ਦੇ ਪੁੱਤਰ ਅਕਾਨ ਨੇ, ਜਿਹੜਾ ਯਹੂਦਾ ਦੇ ਗੋਦ ਦਾ ਸੀ, ਉਸ ਮਨਸੀ ਹੋਈ ਚੀਜ਼ ਵਿੱਚੋਂ ਕੁਚਲਿਆ ਅਤੇ ਯਹੋਵਾ ਦਾ ਕ੍ਰੋਧ ਇਜ਼ਰਾਈਲੀਆਂ ਉੱਤੇ ਭੜਕਾਇਆ। ਅਕਾਨ ਦੇ ਪਾਪ ਤੋਂ ਪਹਿਲਾਂ ਇਜ਼ਰਾਈਲ ਦੇ ਹਾਲਾਤ ਕਿਹੋ ਜਿਹੇ ਸੀ? ਉਹਨਾਂ ਦੀ ਸੈਨਾ ਕਾਫੀ ਸ਼ਕਤੀਸ਼ਾਲੀ ਸੀ, ਜੋ ਯਰੀਓ ਵਰਗੀ ਮਜ਼ਬੂਤ ਸ਼ਹਿਰ ਨੂੰ ਵੀ ਜਿੱਤ ਸਕਦੀ ਸੀ। ਪਰ ਅਕਾਨ ਦੇ ਪਾਪ ਕਰਨ ਤੋਂ ਬਾਅਦ ਇਜ਼ਰਾਈਲ ਦੀ ਸੈਨਾ ਕਿਸ ਤਰ੍ਹਾਂ ਬਦਲ ਗਈ? ਆਓ ਅਸੀਂ ਵਚਨ 2 ਵਿੱਚ ਇਸ ਨੂੰ ਵਿਸਤਾਰ ਨਾਲ ਦੇਖੀਏ। ਤਾਂ ਯਹੋਸ਼ੂਆ ਨੇ ਯਰੀਓ ਤੋਂ ਆਈ ਨੂੰ, ਜਿਹੜੀ ਬੈਤ-ਆਵਨ ਦੇ ਕੋਲ ਬੈਤ-ਇਲ ਦੇ ਚੜ੍ਹਦੀ ਵੱਲ ਹੈ, ਮਨੁੱਖ ਕੱਲੇ ਅਤੇ ਉਹਨਾਂ ਨੂੰ ਆਖਿਆ, ਉਹ ਤਹਾਂ ਜਾ ਕੇ ਉਸ ਦੇਸ਼ ਦਾ ਖੋਜ ਕੱਢ ਲਿਆਓ। ਉਪਰੰਤ ਉਹ ਮਨੁੱਖ ਗਏ ਅਤੇ ਆਈ ਦਾ ਖੋਜ ਕੱਢਿਆ। ਇਹ ਆਈ ਨਗਰ ਹੈ। ਆਈ ਨਗਰ ਦਾ ਭੇਤ ਲੈਣ ਦੇ ਬਾਅਦ ਤਾਂ ਉਹਨਾਂ ਨੇ ਯਹੋਸ਼ੂ ਕੋਲ ਮੁੜ ਆਣ ਕੇ ਉਹਨੂੰ ਆਖਿਆ, ਸਾਰੇ ਲੋਕ ਉਤਾਹਾਂ ਨਾ ਜਾਣ, ਪਰ ਕੇਵਲ 2-3 ਹਜ਼ਾਰ ਮਨੁੱਖ ਉਤਾਹਾਂ ਜਾ ਕੇ ਆਈ ਨੂੰ ਮਾਰ ਲੈਣ। ਸਾਰੇ ਲੋਕਾਂ ਨੂੰ ਘੱਲਣ ਦੀ ਖੇਚਲ ਨਾ ਕਰੋ, ਕਿਉਂ ਜੋ ਉਹ ਥੋੜੇ ਜਿਹੇ ਹਨ। ਸੋ ਲੋਕਾਂ ਵਿੱਚੋਂ 3,000 ਉਧਰ ਉਤਾਹਾਂ ਗਏ ਅਤੇ ਆਈ ਦੇ ਮਨੁੱਖਾਂ ਦੇ ਅੱਗੋਂ ਨੱਠ ਆਏ, ਅਤੇ ਆਈ ਵਾਲਿਆਂ ਨੇ ਉਹਨਾਂ ਵਿੱਚੋਂ 36 ਕੁ ਮਨੁੱਖ ਮਾਰ ਮੁਕਾਏ ਅਤੇ ਫਾਟਕ ਦੇ ਅੱਗੇ ਲੈ ਜਾ ਕੇ ਸਬਾਰੀਮ ਤੱਕ ਉਹਨਾਂ ਦੇ ਪਿੱਛੇ ਆਏ ਅਤੇ ਉਹਨਾਂ ਨੂੰ ਹਠਾੜ ਵਿੱਚ ਮਾਰਿਆ। ਤਾਂ ਲੋਕਾਂ ਦੇ ਮਨ ਟਲ ਗਏ ਅਤੇ ਪਾਣੀਓ ਪਾਣੀ ਹੋ ਗਏ। ਤਾਂ ਯਹੋਸ਼ੂਆ ਨੇ ਆਪਣੇ ਕੱਪੜੇ ਪਾੜੇ ਅਤੇ ਯਹੋਵਾ ਦੇ ਸੰਦੂਕ ਦੇ ਅੱਗੇ ਸ਼ਾਮਾਂ ਤੱਕ ਮੂੰਹ ਪਰਨੇ ਧਰਤੀ ਉੱਤੇ ਪਿਆਰਿਆ। ਉਹ ਅਤੇ ਇਜ਼ਰਾਈਲ ਦੇ ਬਜ਼ੁਰਗ ਵੀ, ਅਤੇ ਉਹਨਾਂ ਆਪਣੇ ਸਿਰਾਂ ਵਿੱਚ ਧੂੜ ਪਾ ਲਈ। ਤਾਂ ਯਹੋਸ਼ੂਆ ਨੇ ਆਖਿਆ, ਹਾਏ ਪ੍ਰਭੂ ਯਹੋਵਾ, ਕਿ ਤੂੰ ਇਹਨਾਂ ਲੋਕਾਂ ਨੂੰ ਇਸ ਕਾਰਨ ਯਰਦਨ ਤੋਂ ਪਾਰ ਲਿਆਇਆ ਹੈ ਕਿ ਅਮੋਰੀਆਂ ਦੇ ਹੱਥ ਵਿੱਚ ਸਾਨੂੰ ਦੇ ਕੇ ਸਾਡਾ ਸਤਿਆਨਾਸ਼ ਕਰਾਏ। ਚੰਗਾ ਹੀ ਹੁੰਦਾ ਜੇ ਅਸੀਂ ਸੰਤੋਖ ਕਰਦੇ ਅਤੇ ਯਰਦਨ ਦੇ ਉਸ ਪਾਸੇ ਹੀ ਵਸੇ ਰਹਿੰਦੇ। ਹੇ ਪ੍ਰਭੂ, ਮੈਂ ਹੁਣ ਕੀ ਆਖਾਂ ਜਦ ਇਜ਼ਰਾਈਲ ਨੇ ਆਪਣੇ ਵੈਰੀਆਂ ਦੇ ਅੱਗੇ ਪਿੱਠ ਪੁਆ ਲਈ ਹੈ। ਕਨਾਨੀ ਅਤੇ ਸਾਰੇ ਦੇਸ਼ ਇਸ ਦੇ ਵਸਨੀਕ ਸੁਣਨਗੇ ਅਤੇ ਉਹ ਸਾਨੂੰ ਘੇਰ ਲੈਣਗੇ ਅਤੇ ਉਹ ਸਾਡਾ ਨਾਮ ਧਰਤੀ ਉੱਤੋਂ ਮਿਟਾ ਦੇਣਗੇ। ਤਾਂ ਤੂੰ ਆਪਣੇ ਵੱਡੇ ਨਾਮ ਲਈ ਕੀ ਕਰੇਂਗਾ? ਤਾਂ ਯਹੋਵਾ ਨੇ ਯਹੋਸ਼ੂਆ ਨੂੰ ਆਖਿਆ, ਤੂੰ ਉੱਠ ਖਲੋ, ਕਿਉਂ ਮੂੰਹ ਭਰਨੇ ਪਿਆ ਹੈ? ਇਜ਼ਰਾਈਲ ਨੇ ਪਾਪ ਕੀਤਾ ਹੈ। ਹਾਂ, ਉਹਨਾਂ ਨੇ ਮੇਰੇ ਨੇਮ ਦਾ, ਜਿਹਦਾ ਉਹਨਾਂ ਨੂੰ ਹੁਕਮ ਦਿੱਤਾ ਸੀ, ਉਲੰਘਣ ਕੀਤਾ ਹੈ। ਹਾਂ, ਉਹਨਾਂ ਨੇ ਮਨਸੀਆਂ ਹੋਈਆਂ ਚੀਜ਼ਾਂ ਵਿੱਚੋਂ ਕੁਝ ਲੈ ਲਈਆਂ ਹਨ ਅਤੇ ਚੁਰਾ ਲਈਆਂ ਹਨ, ਅਤੇ ਧੋਖਾ ਵੀ ਕੀਤਾ ਹੈ ਅਤੇ ਆਪਣੇ ਨਿਕ ਸੁੱਖ ਵਿੱਚ ਰਲਾ ਲਈਆਂ ਹਨ। ਯਹੋਸ਼ੂਆ ਹੈਰਾਨ ਸੀ ਕਿ ਸ਼ਕਤੀਸ਼ਾਲੀ ਇਜ਼ਰਾਈਲ ਸੈਨਾ ਕਮਜ਼ੋਰ ਹੋ ਗਈ। ਪਹਿਲਾਂ ਤਾਂ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਇੰਨਾ ਮਜ਼ਬੂਤ ਕੀਤਾ ਕਿ ਉਹ ਜੇਤੂ ਹੋ ਕੇ ਯਰੀਹੋ ਨਗਰ ਨੂੰ ਵੀ ਜਿੱਤ ਸਕੇ। ਪਰ ਹੁਣ ਉਹ ਇੰਨਾ ਬੇਸਹਾਰਾ ਹੋ ਗਏ ਕਿ ਉਹ ਆਈ ਵਰਗੇ ਛੋਟੇ ਨਗਰ ਨੂੰ ਵੀ ਜਿੱਤਣ ਵਿੱਚ ਕਾਬਿਲ ਨਹੀਂ ਹੋ ਸਕੇ, ਪਰ ਸਿਰਫ ਡਰ ਨਾਲ ਕੰਬਣ ਲੱਗੇ। ਇਸ ਦਾ ਕਾਰਨ ਕੀ ਸੀ? ਪਰਮੇਸ਼ੁਰ ਦੇ ਵਿਰੁੱਧ ਕੀਤੀ ਗਈ ਬੁਰਾਈ ਸੀ। ਭਾਵੇਂ ਹੀ ਬੁਰਾਈ ਲੁਕੀ ਹੋਵੇ ਜਾਂ ਗੁਪਤ ਹੋਵੇ, ਜੇਕਰ ਬੁਰਾਈ ਹੁੰਦੀ ਤਦ ਇਜ਼ਰਾਈਲ ਕਮਜ਼ੋਰ ਰਾਜ ਬਣਨ ਤੋਂ ਇਲਾਵਾ
ਹੋਰ ਕੁਝ ਨਹੀਂ ਕਰ ਸਕਦਾ ਸੀ। 그러나 ਦੂਜੇ ਪਾਸੇ 하나님의 ਜਦੋਂ ਉਹਨਾਂ ਨੇ ਪਰਮੇਸ਼ਵਰ ਦੀਆਂ ਵਿਵਸਥਾਵਾਂ, ਵਿਧੀਆਂ 이렇게 잘 순종하고 ਅਤੇ 받들어 ਹੁਕਮਾਂ ਦਾ ਪਾਲਨ ਕੀਤਾ, 저들은 ਭਾਵੇਂ ਹੀ ਉਹਨਾਂ ਦੇ ਵੈਰੀ ਇੰਨੇ ਸ਼ਕਤੀਸ਼ਾਲੀ ਸੀ ਕਿ ਉਹ ਉਹਨਾਂ ਦੀ ਅੱਖਾਂ ਵਿੱਚ ਟਿੱਡੇ ਵਰਗੇ ਦਿਖੇ, ਪਰ ਕੀ ਹੋਇਆ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਸਾਰੇ ਵੈਰੀਆਂ ਨੂੰ ਹਰਾਉਣ ਵਾਲੀ ਮਜ਼ਬੂਤ ਸੈਨਾ ਵਿੱਚ ਬਦਲ ਨਹੀਂ ਦਿੱਤਾ। 그래서 ਇਸ ਪ੍ਰਕਾਰ ਅਸੀਂ ਸ਼ਕਤੀਸ਼ਾਲੀ ਇਜ਼ਰਾਈਲ ਅਤੇ ਕਮਜ਼ੋਰ ਇਜ਼ਰਾਈਲ ਦੇ ਇਤਿਹਾਸ ਤੋਂ ਕੁਝ ਸਿੱਖ ਸਕਦੇ ਹਾਂ। ਅੱਜ ਸਾਨੂੰ ਕਿਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਹਨ ਤਾਂ ਜੋ ਸਾਮਰੀਆ ਵਿੱਚ ਅਤੇ ਧਰਤੀ ਦੀ ਹੱਦ ਤੱਕ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾ ਸਕੇ। ਸਾਰੇ ਲੋਕੋ ਕਿ ਇਹ ਅੱਗ ਹੋਰ ਜ਼ਿਆਦਾ ਸਪਸ਼ਟੀਕਰਨ ਤੋਂ ਬਿਨਾਂ ਵੀ ਜ਼ਾਹਿਰ ਨਹੀਂ। 이 모든 역사 ਖੁਸ਼ਖਬਰੀ ਦੇ ਕੰਮ ਵਿੱਚ ਵੀ ਸਾਨੂੰ ਹਮੇਸ਼ਾ ਪਰਮੇਸ਼ਵਰ ਦੇ ਨਾਲ ਹੋਣਾ ਚਾਹੀਦਾ ਹੈ 위해서는 ਕਿ ਸਾਨੂੰ ਖੁਸ਼ਖਬਰੀ ਦੇ ਕੰਮ ਦੇ ਪੂਰਾ ਹੋਣ ਦੇ ਲਈ ਪਰਮੇਸ਼ਵਰ ਦੀਆਂ ਸਾਰੀਆਂ ਵਿਧੀਆਂ, ਹੁਕਮਾਂ ਅਤੇ ਵਿਵਸਥਾਵਾਂ ਦਾ ਪਾਲਨ ਕਰਨਾ ਨਹੀਂ ਚਾਹੀਦਾ। 우리 사도행전 ਆਓ ਅਸੀਂ 가르침도 ਰਸੂਲਾਂ ਅਧਿਆਇ 5 ਵਿੱਚ ਉਹੀ ਸਿੱਖਿਆ ਸਿੱਖੀਏ। 또 찾아보도록 하겠습니다. ਰਸੂਲਾਂ ਅਧਿਆਇ 5 ਵਚਨ 38 ਕਹਿੰਦਾ ਹੈ, 이제 ਅਤੇ ਹੁਣ ਮੈਂ ਤੁਹਾਨੂੰ ਆਖਦਾ ਹਾਂ, ਭਾਈ ਇਹਨਾਂ ਮਨੁੱਖਾਂ ਤੋਂ ਲਾਂਭੇ ਹੋਵੋ ਅਤੇ ਇਹਨਾਂ ਨੂੰ ਜਾਣ ਦਿਓ, ਕਿਉਂਕਿ ਜੇ ਇਹ ਮਤ ਅਰ ਇਹ ਕੰਮ ਆਦਮੀਆਂ ਦੀ ਵੱਲੋਂ ਹੈ ਤਦ ਕੀ ਹੋਵੇਗਾ? ਤਦ ਤਾਂ ਇਹ ਨਸ਼ਟ ਹੋਣ ਤੋਂ ਇਲਾਵਾ ਕੁਝ ਨਹੀਂ ਕਰ ਸਕੇਗਾ, ਕਿਉਂਕਿ ਇਹ ਕਮਜ਼ੋਰ ਹੈ। ਤਦ ਤਾਂ ਨਸ਼ਟ ਹੋ ਜਾਓ। ਪਰ ਜੇ ਪਰਮੇਸ਼ਵਰ ਦੀ ਵੱਲੋਂ ਹੈ 너희가 저희 ਤਾਂ ਤੁਸੀਂ ਉਹਨਾਂ ਨੂੰ ਕੀ ਨਹੀਂ ਕਰ ਸਕੋਗੇ? ਕੋਈ ਫਰਕ ਨਹੀਂ ਪੈਂਦਾ ਕਿ ਕਿੰਨੇ ਲੋਕ ਆਉਣਗੇ ਅਤੇ ਕਿਸੇ ਵੀ ਪ੍ਰਕਾਰ ਦੇ ਅਧਿਕਾਰ ਦੇ ਨਾਲ ਆਏ ਉਹਨਾਂ ਮਨੁੱਖਾਂ ਨੂੰ ਰੋਕ ਨਹੀਂ ਪਾਉਣਗੇ ਤਾਂ ਤੁਸੀਂ ਉਹਨਾਂ ਨੂੰ ਨਸ਼ਟ ਨਹੀਂ ਕਰ ਸਕੋਗੇ। ਭਾਈ ਕਿਤੇ ਇਹ ਨਾ ਹੋਵੇ ਜੋ ਤੁਸੀਂ ਪਰਮੇਸ਼ਵਰ ਨਾਲ ਲੜਨ ਵਾਲੇ ਠਹਿਰੋ। 우리는 우리의 어떤 ਸਭ ਕੁਝ 전도의 방법 ਅਰਥਾਤ ਪ੍ਰਚਾਰ ਕਰਨ ਦਾ ਤਰੀਕਾ 이렇게 행하는 모든 ਅਤੇ ਸੱਚ ਦੀ ਸਾਰੀਆਂ ਵਿਧੀਆਂ 이 모든 것이 ਪਰਮੇਸ਼ਵਰ ਦੇ ਵੱਲੋਂ ਹੋਣੀਆਂ ਚਾਹੀਦੀਆਂ ਹਨ। 하나님께서 ਜੇਕਰ ਕੋਈ ਕੰਮ ਪਰਮੇਸ਼ਵਰ ਦੇ ਬਦਲੇ 생각과 ਸਾਡੇ ਆਪਣੇ ਨਿੱਜੀ ਵਿਚਾਰਾਂ, 기나 아니면 세상 ਕੁਝ ਦਾਰਸ਼ਨਿਕ ਕਿਤਾਬਾਂ ਜਾਂ ਦੁਨੀਆ ਦੀਆਂ ਸਿੱਖਿਆਵਾਂ ਅਤੇ ਉਦਾਹਰਨਾਂ ਤੋਂ ਹੋਣ ਤਦ ਇਹ ਬੇਸ਼ੱਕ ਨਾਕਾਮ ਹੋ ਜਾਵੇਗਾ। 생사화복 ਜੀਵਨ, ਮੌਤ, ਸ਼ਰਾਬ, ਆਸ਼ੀਸ਼ ਅਤੇ ਸ਼ਕਤੀ ਇਹ ਸਾਰੇ ਪਰਮੇਸ਼ਵਰ ਤੋਂ ਪੈਦਾ ਹੋਏ ਹਨ, ਹੈ ਨਾ? 행하더라 ਜੇਕਰ ਅਸੀਂ ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਕੰਮ ਕਰੀਏ, 전파하더라 ਜੇਕਰ ਅਸੀਂ ਪਰਮੇਸ਼ਵਰ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰੀਏ, ਜੇਕਰ ਅਸੀਂ ਪਰਮੇਸ਼ਵਰ ਦੀ ਮਰਜ਼ੀ ਦੇ ਅਨੁਸਾਰ ਵਿਸ਼ਵਾਸ ਦਾ ਜੀਵਨ ਬਿਤਾਈਏ, 결단코 ਤਦ 주위의 대적들이 ਵੈਰੀ ਪਰਮੇਸ਼ਵਰ ਦੀਆਂ ਸੰਤਾਨਾਂ ਦੇ ਸਾਹਮਣੇ ਕਦੀ ਨਹੀਂ ਆ ਸਕੇਗਾ। 이스라엘 ਇਸ ਗੱਲ ਤੇ ਧਿਆਨ ਦਿਓ ਕਿ ਇਤਿਹਾਸ ਵਿੱਚ ਇਜ਼ਰਾਈਲੀ ਸ਼ਕਤੀਸ਼ਾਲੀ ਕਦੋਂ ਬਣੇ, ਅਤੇ ਇਸ ਗੱਲ ਤੇ ਧਿਆਨ ਦਿਓ ਕਿ ਉਹਨਾਂ ਦੀ ਸ਼ਕਤੀ ਖਤਮ ਹੋ ਕੇ ਉਹ ਕਮਜ਼ੋਰ ਕਦੋਂ ਹੋ ਗਏ। ਇਹ ਗਿਣਤੀ ਤੇ ਟਿਕਿਆ ਨਹੀਂ ਸੀ ਕਿ ਉਹਨਾਂ ਦੀ ਗਿਣਤੀ ਘੱਟ ਸੀ ਜਾਂ ਨਹੀਂ। 강성할 때는 ਜਦੋਂ ਉਹ ਸ਼ਕਤੀਸ਼ਾਲੀ ਸੀ ਤਦ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਸਿਰਫ 300 ਪੁਰਖਾਂ ਨੂੰ ਲੈ ਕੇ 1,35,000 ਲੋਕਾਂ ਨੂੰ ਹਰਾਉਣ ਦੀ ਸ਼ਕਤੀ ਨਹੀਂ ਦਿੱਤੀ। ਪਰ ਪਰਮੇਸ਼ਵਰ ਨੇ ਸਾਨੂੰ ਦਿਖਾਇਆ ਕਿ ਜਦੋਂ ਉਹ ਕਮਜ਼ੋਰ ਸੀ ਤਦ ਸੈਨਿਕਾਂ ਦੀ ਵੱਡੀ ਗਿਣਤੀ ਦੇ ਨਾਲ ਵੀ ਉਹ ਇੱਕ ਛੋਟੇ ਜਿਹੇ ਨਗਰ ਨੂੰ ਵੀ ਜਿੱਤ ਨਹੀਂ ਸਕੇ। ਇਸ ਦੇ ਬਦਲੇ ਉਹਨਾਂ ਦਾ ਪਿੱਛਾ ਕੀਤਾ ਗਿਆ। 지난 날에 ਪਰਮੇਸ਼ਵਰ ਨੇ ਸਾਡੇ ਸਮੇਂ ਵਿੱਚ ਸਾਡੀ ਹੀ ਸਿੱਖਿਆ ਦੇ ਲਈ ਇਹ ਇਤਿਹਾਸ ਦਰਜ ਕੀਤਾ ਹੈ। 가마리엘 ਗਮਲੀਏਲ ਨਾਮ ਦੇ ਵਿਵਸਥਾ ਸਿਖਾਉਣ ਵਾਲੇ ਨੇ 이들이 행하는 이 사상 ਜੋ ਇਹ ਜਾਣਦਾ ਸੀ ਕਿਹਾ, ਇਸ ਗੱਲ ਤੇ ਧਿਆਨ ਦਿਓ ਕਿ ਇਹ ਮਨੁੱਖਾਂ ਦੇ ਵੱਲੋਂ ਹੈ ਜਾਂ ਫਿਰ ਪਰਮੇਸ਼ਵਰ ਦੇ ਵੱਲੋਂ ਹੈ। 안식일 ਜਦੋਂ ਤੁਸੀਂ ਸਬਤ ਦੇ ਦਿਨ ਦੀ ਜਾਂਚ ਕਰਦੇ ਹੋ ਤਦ ਕਿ ਇਹ ਮਨੁੱਖਾਂ ਦੇ ਵੱਲੋਂ ਹੈ। ਜਦੋਂ ਤੁਸੀਂ ਫਸਾ ਦੀ ਜਾਂਚ ਕਰਦੇ ਹੋ ਤਦ ਕਿ ਇਹ ਮਨੁੱਖਾਂ ਦੇ ਵੱਲੋਂ ਹੈ। ਸਭ ਕੁਝ ਜੋ ਪਹਿਲਾ ਚਰਚ ਦੇ ਸੰਤਾਂ ਨੇ ਕੀਤਾ, ਮਸੀਹ ਦੀ ਸਿੱਧੀ ਸਿੱਖਿਆ ਸਿੱਖੀ। 실천하고 있는데 누가 ਇਸ ਹਾਲਾਤ ਵਿੱਚ ਉਹਨਾਂ ਨੂੰ ਕੌਣ ਰੋਕ ਸਕੇਗਾ? 물리적인 어떤 शारीरिक रूप ਨਾਲ 있을지 몰라도 ਕੁਝ ਲੋਕ ਰੁਕਾਵਟ ਪਾ ਸਕਦੇ ਹਨ, 그 정신은 ਪਰ 결단코 ਉਹਨਾਂ ਦੀ ਮਾਨਸਿਕਤਾ ਕਦੀ ਨਹੀਂ ਟੁੱਟ ਸਕਦੀ। 그러니 ਇਸ ਲਈ ਯੀਸ਼ੂ ਮਸੀਹ ਦੀ ਖੁਸ਼ਖਬਰੀ ਇਜ਼ਰਾਈਲ ਦੇ ਸਾਰੇ ਖੇਤਰਾਂ ਵਿੱਚ ਤੇਜ਼ੀ ਨਾਲ ਪ੍ਰਚਾਰ ਕੀਤੀ ਗਈ 점점 그것이 ਅਤੇ ਇਹ ਗੁਆਂਢੀ ਦੇਸ਼ਾਂ ਵਿੱਚ ਇੱਥੋਂ ਤੱਕ ਕਿ ਇਟਲੀ, ਯੂਨਾਨ 먼저 ਅਤੇ ਪੂਰੇ ਯੂਰਪ ਵਿੱਚ ਵੀ 전파되었던 그 초대교회 ਪ੍ਰਚਾਰ ਕੀਤੀ ਗਈ, 볼 수가 있습니다. 이 사상과 ਕਿਉਂਕਿ ਜੇ ਇਹ ਮਤ ਔਰ ਇਹ ਕੰਮ ਆਦਮੀਆਂ ਦੀ ਵੱਲੋਂ ਹੈ ਤਾਂ ਨਸ਼ਟ ਹੋ ਜਾਓ, ਪਰ ਜੇ ਪਰਮੇਸ਼ਵਰ ਦੇ ਵੱਲੋਂ ਹੈ ਤਾਂ ਤੁਸੀਂ ਉਹਨਾਂ ਨੂੰ ਨਸ਼ਟ ਨਹੀਂ ਕਰ ਸਕੋਗੇ। 무너질 수가 ਇਸ ਤਰ੍ਹਾਂ ਪਰਮੇਸ਼ਵਰ ਸਾਨੂੰ ਸਪਸ਼ਟ ਰੂਪ ਨਾਲ ਜਗਾ ਰਹੇ ਹਨ। 열왕기하 ਆਓ ਅਸੀਂ ਦੂਸਰਾ ਰਾਜਾ ਅਧਿਆਇ 17 ਵਿੱਚ ਇੱਕ ਹੋਰ ਵਚਨ ਦੇਖੀਏ। 이스라엘이 ਇਜ਼ਰਾਈਲੀਆਂ ਦੇ ਇਤਿਹਾਸ ਦੀ ਧਿਆਨ ਨਾਲ ਜਾਂਚ ਕਰਦੇ ਹੋਏ 폭력을 ਜੋ 보였던 지난 ਬੁਰਾ ਕਰਨ ਤੇ ਕਮਜ਼ੋਰ ਹੋ ਗਏ, 살펴보시면서
오늘날 이 ਸਾਨੂੰ 우리에게 ਅੱਜ ਪਰਮੇਸ਼ਵਰ ਦੀ ਦਿੱਤੇ ਹੋਏ ਹੁਕਮਾਂ, ਵਿਧੀਆਂ ਅਤੇ ਵਿਵਸਥਾਵਾਂ ਦਾ 우리가 다 ਪੱਕਾ ਪਾਲਨ ਕਰਨਾ ਚਾਹੀਦਾ ਹੈ। 17장 ਆਓ ਅਸੀਂ ਅਧਿਆਇ 17 ਵਚਨ 37 ਤੇ ਜਾਈਏ। 또 ਅਤੇ ਜੋ ਵਿਧੀਆਂ ਅਰ ਆਗਿਆਵਾਂ ਅਰ ਵਿਵਸਥਾ ਅਰ ਹੁਕਮਨਾਮਾ ਉਸਨੇ ਤੁਹਾਡੇ ਲਈ ਲਿਖੇ, ਉਹਨਾਂ ਨੂੰ ਸਦਾ ਪੱਕਾ ਕਰਕੇ ਮੰਨਿਓ ਅਰ ਪਰਾਏ ਦੇਵਤਿਆਂ ਦਾ ਭੈ ਨਾ ਮੰਨਿਓ। ਜਿਹੜਾ ਨੇਮ ਮੈਂ ਤੁਹਾਡੇ ਨਾਲ ਬੰਨਿਆ ਹੈ, ਤੁਸੀਂ ਨਾ ਭੁੱਲਣਾ, ਨਾ ਪਰਾਏ ਦੇਵਤਿਆਂ ਦਾ ਭੈ ਤੁਸੀਂ ਮੰਨਣਾ, ਪਰ ਯਹੋਵਾ ਆਪਣੇ ਪਰਮੇਸ਼ਵਰ ਦਾ ਭੈ ਮੰਨਿਓ, ਤਦ ਉਹ ਤੁਹਾਨੂੰ ਤੁਹਾਡੇ ਸਾਰੇ ਵੈਰੀਆਂ ਦੇ ਹੱਥੋਂ ਛੁਡਾਵੇਗਾ। ਇਜ਼ਰਾਈਲ ਇਸ ਲਈ ਸ਼ਕਤੀਸ਼ਾਲੀ ਨਹੀਂ ਬਣਿਆ ਕਿਉਂਕਿ ਉਹ ਖੁਦ ਸ਼ਕਤੀਸ਼ਾਲੀ ਸੀ, ਇਸ ਲਈ ਕਿਉਂਕਿ ਪਰਮੇਸ਼ਵਰ ਆਪਣੇ ਲੋਕਾਂ ਦੇ ਨਾਲ ਰਹੇ, ਜਿਨ੍ਹਾਂ ਨੇ ਪਰਮੇਸ਼ਵਰ ਦੇ ਹੁਕਮਾਂ, ਵਿਧੀਆਂ ਅਤੇ ਵਿਵਸਥਾਵਾਂ ਦਾ ਪਾਲਨ ਕੀਤਾ, ਅਤੇ ਪਰਮੇਸ਼ਵਰ ਉਹਨਾਂ ਨੂੰ ਜ਼ਿਆਦਾ ਸ਼ਕਤੀ ਅਤੇ ਬੁੱਧੀ ਦੇ ਕੇ ਜਿੱਤ ਦੇ ਰਾਹ ਤੇ ਲੈ ਗਏ। ਆਖਰਕਾਰ ਇਹ ਇਸ ਗੱਲ ਤੇ ਟਿਕਿਆ ਸੀ ਕਿ ਪਰਮੇਸ਼ਵਰ ਉਹਨਾਂ ਦੇ ਨਾਲ ਹਨ ਜਾਂ ਨਹੀਂ। ਜਦੋਂ ਜਦੋਂ ਪਰਮੇਸ਼ਵਰ ਉਹਨਾਂ ਦੇ ਨਾਲ ਰਹੇ, 함께하지 아니 ਉਹ ਸ਼ਕਤੀਸ਼ਾਲੀ ਬਣੇ। 그들의 모든 ਜਦੋਂ ਜਦੋਂ ਪਰਮੇਸ਼ਵਰ ਉਹਨਾਂ ਦੇ ਬੁਰੇ ਕੰਮਾਂ ਦੇ ਕਰਕੇ ਉਹਨਾਂ ਤੋਂ ਦੂਰ ਰਹੇ, 약하디 약한 ਉਹ ਕਮਜ਼ੋਰ ਹੋ ਗਏ। 우리에게 주신 ਨਵੇਂ ਨੇਮ ਦੇ ਸਾਰੇ ਸੱਚ 모든 진리 ਅਤੇ ਪਰਮੇਸ਼ਵਰ ਦੀ ਸਿਖਾਈ ਹੋਈ ਸਾਰੀ ਸਿੱਖਿਆਵਾਂ, 가르침 또 주신 모든 ਆਓ ਅਸੀਂ ਪਰਮੇਸ਼ਵਰ ਦੇ ਵਚਨਾਂ ਦਾ ਹੋਰ ਸੁੰਦਰਤਾ ਨਾਲ ਪਾਲਨ ਕਰੀਏ, 전 세계 ਤਾਂ ਜੋ ਅਸੀਂ ਸਾਮਰੀਆ ਵਿੱਚ ਅਤੇ ਧਰਤੀ ਦੀ ਹੱਦ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹੋਏ ਪਰਮੇਸ਼ਵਰ ਦੀ ਅਦ੍ਰਿਸ਼ ਸ਼ਕਤੀ ਦੀ ਮਦਦ ਨਾਲ ਸ਼ਕਤੀਸ਼ਾਲੀ ਬਣ ਸਕੀਏ। 한 사람을 놓고 ਮੰਨ ਲਓ 그 ਕਿ ਇੱਕ ਆਤਮਾ ਚੁਰਾਏ ਤੇ ਹੈ 사단이 ਕਿ ਸ਼ੈਤਾਨ ਉਸ ਦੀ ਜਾਨ ਲਵੇ 우리가 구원을 시키는 ਜਾਂ ਉਸ ਨੂੰ ਮੁਕਤੀ ਦੇ ਵੱਲ ਲੈ ਜਾਵੇ, 결국은 ਤਦ ਕਿ ਉਸ ਦੀ ਅਗਵਾਈ ਮੁਕਤੀ ਦੇ ਵੱਲ ਕਰਨ ਦੇ ਲਈ ਸਾਨੂੰ ਸ਼ਕਤੀਸ਼ਾਲੀ ਨਹੀਂ ਹੋਣਾ ਚਾਹੀਦਾ। ਜੇਕਰ ਅਸੀਂ ਇੱਕ ਦੇ ਬਾਅਦ ਇੱਕ ਸ਼ੈਤਾਨ ਦੇ ਖਿਲਾਫ ਲੜ ਰਹੇ ਹਾਂ, ਤਦ ਅਸੀਂ ਜਿੱਤ ਹਾਸਿਲ ਨਹੀਂ ਕਰ ਸਕਦੇ। 누가 우리 ਸਾਨੂੰ ਜਿੱਤ ਕੌਣ ਦਿੰਦਾ ਹੈ? 만들어 주십니까? ਜਦੋਂ ਤੱਕ ਅਸੀਂ ਪਵਿੱਤਰ ਆਤਮਾ ਦੇ ਕੱਪੜੇ ਨਾ ਪਾਈਏ, 그는 할 수 없는 ਤਦ ਤੱਕ ਇਹ ਅਸੰਭਵ ਹੈ। 하나님께서 ਪਰਮੇਸ਼ਵਰ ਦੇ ਸਾਡੇ ਨਾਲ ਖੁਸ਼ ਹੋਣ 함께하는 ਅਤੇ ਸਾਡੇ ਨਾਲ ਰਹਿਣ ਦੇ ਲਈ ਸਾਨੂੰ ਇਹਨਾਂ ਵਚਨਾਂ ਦਾ ਪਾਲਨ ਕਰਨਾ ਚਾਹੀਦਾ ਹੈ। 경에 기록한 모든 ਬਾਈਬਲ ਵਿੱਚ ਦਰਜ ਜੋ ਵਿਧੀਆਂ ਅਰ ਆਗਿਆਵਾਂ ਅਰ ਵਿਵਸਥਾ ਅਰ ਹੁਕਮਨਾਮਾ ਉਸਨੇ ਤੁਹਾਡੇ ਲਈ ਲਿਖੇ, ਉਹਨਾਂ ਨੂੰ ਸਦਾ ਪੱਕਾ ਕਰਕੇ ਮੰਨਿਓ। 그렇게 될 때 ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਦ ਪਰਮੇਸ਼ਵਰ ਸਾਨੂੰ ਵੱਡੀ ਸ਼ਕਤੀ ਦੇਣਗੇ ਅਤੇ ਸਾਡੇ ਲਈ ਜਿੱਤ ਦਾ ਰਾਹ ਖੋਲ੍ਹ ਦੇਣਗੇ। 열어주신다고 했습니다. 오늘 ਅੱਜ 여러분들과 저는 ਅਸੀਂ ਸਾਰਿਆਂ ਨੇ ਵਿਸ਼ਵਾਸ ਦੇ ਪੁਰਖੇ ਦੇ ਉਦਾਹਰਨਾਂ ਨਾਲ 지난 날에 ਇਹ ਅਹਿਸਾਸ ਕੀਤਾ ਹੈ ਕਿ ਇਜ਼ਰਾਈਲ ਕਿੰਨਾ ਹਾਲਾਤਾਂ ਵਿੱਚ ਸ਼ਕਤੀਸ਼ਾਲੀ ਹੋਇਆ 강했고 어때 ਅਤੇ ਕਿੰਨਾ ਹਾਲਾਤਾਂ ਵਿੱਚ ਕਮਜ਼ੋਰ ਹੋਇਆ। 깊이 알아 ਮੈਨੂੰ ਆਸ ਹੈ ਕਿ ਸਿਯੋਨ ਦੇ ਸਾਰੇ ਲੋਕ ਪਰਮੇਸ਼ਵਰ ਦੀ ਸਿੱਖਿਆ ਦੇ ਅਨੁਸਾਰ ਜਿਉਣਗੇ। 우리 ਇਸ ਦੇ ਨਾਲ ਮੈਂ ਅੱਜ ਦਾ ਉਪਦੇਸ਼ ਖਤਮ ਕਰਨਾ ਚਾਹੁੰਦਾ ਹਾਂ। 말씀 ਤੁਹਾਡਾ ਬਹੁਤ ਬਹੁਤ ਧੰਨਵਾਦ।